बिस्मिल्लाहिर्रहमानिर्रहीम। अस्सलाम वालेकुम नाज़रीन, मैं हूं आपका मेज़बान वसी शाह और आप देख रहे हैं सियासी थिएटर। नाज़रीन गिरामी, आपको लिए चलते हैं ख्वाजा सराओं की तरफ और देखते हैं कि आज कौन इन्हें बयाने आ रहा है और उसका अंजाम क्या होगा। मगर सलीम झांझर चन 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 लाती है, तेरी भी किस्मत खुल गई ते इस घर दी भी किस्मत खुल गई। ਹਾਏ ਅੰਮੀ ਗੁਰੂ ਕਿਸ ਤਰ੍ਹਾਂ ਨਾ ਕਰ ਗੁਰੂ, ਸਾਡੀ ਕਿਸਮਤ ਨਹੀਂ ਖੁੱਲ ਸਕਦੀ। ਅਸੀਂ ਜਦੋਂ ਫੰਕਸ਼ਨ ਤੇ ਜਾਂਦੇ ਸਾਡੇ ਖੁੰਨੇ ਖੁੱਲਦੇ ਨੇ ਕਿਸਮਤ। ਆਹ ਕੜੇ ਕਰਾ, ਮੈਂ ਕਿਹਾ ਬੜਾ ਹੀ ਅਮੀਰ ਬੰਦਾ ਮੇਰੀ ਧੀ ਨੂੰ ਵਿਆਹ ਨਾ ਆਂਡਿਆ ਵੇ। ਸਦਕੇ ਜਾਵਾਂ ਅੰਮੀ ਗੁਰੂ ਵਾਕਈ ਹਾਂ ਹਾਏ ਡਾਲਰਾਂ ਲਾ ਰਹੇ ਬਾਜੀ ਆਇਆ ਝਾਂਜਰੇ ਨੀ ਤੇਰਾ ਡਾਲਰਾਂ ਵਾਲਾ ਵਿਆਹਣ ਆਇਆ। ਨਹੀਂ ਬਾਜੀ ਇੱਕ ਮਿੰਟ, ਡਾਲਰ ਉੱਚੀ ਉੱਚੀ ਨਾ ਕਹੋ, ਕਿਧਰੇ ਸ਼ਬਰ ਜ਼ੈਦੀ ਛਾਪਾ ਹੀ ਨਾ ਮਾਰ ਲਵੇ। ਆਇਆ ਝਾਂਜਰੇ ਨੀ ਤੇਰਾ ਡਾਲਰਾਂ ਵਾਲਾ ਵਿਆਹਣ ਆਇਆ। ਡਾਲਰਾਂ ਵਾਲਾ ਵਿਆਹ उधर बैठे, इधर क्या करने आई? उधर ਮੈਂ बैठे। ਪੁੱਛਣਾ ਇਹ ਕਿਉਂ ਨਹੀਂ ਆਇਆ ਅੱਜ ਥੈਲਾ ਡਾਲਰਾਂ ਦਾ ਭਰ ਕੇ ਲੈ ਝਾਂਜਰੇ ਨੀ ਤੇਰਾ ਡਾਲਰਾਂ ਵਾਲਾ ਵਿਆਹਣ ਆਇਆ। ਆਇਆ ਝਾਂਜਰੇ ਨੀ ਤੇਰਾ ਡਾਲਰਾਂ ਵਾਲਾ ਵਿਆਹਣ ਆਇਆ। ਨਹੀਂ ਅੰਮੀ ਗੁਰੂ सलीम झांझरे छन 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 सलीम चांजर जरा टका के क्या कर मैंने छन छन दा जरा मजा आंदा है। मेरी गल सुन ले अम्मी गुरु, मैं तेन दसा मुंडे कोल भावें डॉलर थोड़े होण या बहुते होण, मुंडा सोहना होना चाहिए। आए कड़े करा, ए सोने बैठे ते ने अज तक इन्हां कोलों कुछ लब्भा? एक अद्धी गजल ते लभ भी जाएगी। मैं कहाँ से बीच में आ गया? तुसी मानते जाओ फिर बीच पे भी चलेंगे। हंसो ना चलेंगे। ਸਲੀਮ ਝਾਂਜਰੇ छन 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 ਬੀਚ ਦਾ ਕਹਿ ਕੇ ਤੂੰ ਮੈਨੂੰ ਇਛਰੇ ਦੀ ਨਹਿਰ ਯਾਦ ਕਰਾ ਦਿੱਤੀ ਹੈ। ਜਿੱਥੇ ਖਲੋ ਕੇ ਤੂੰ ਸੰਘਾੜੇ ਛੇਲਦੀ ਹੁੰਦੀ ਸੀ, ਛਿਲਛਲਈਆ ਤੇ ਬਾਅਦ ਚ ਹੁੰਦਾ ਸੀ। ਜਦੋਂ ਤੂੰ ਸੁੱਕੀ ਨਹਿਰ 'ਚ ਛਾਲ ਮਾਰਦੀ ਸੀ। ਨਹੀਂ, ਜਦੋਂ ਮੈਂ ਨਹਿਰ 'ਚ ਛਾਲ ਮਾਰਨ ਵਾਸਤੇ ਪੁਲ ਤੇ ਖਲੋਂਦੀ ਸਾਂ ਤੇ ਪੂਰਾ ਲਾਹੌਰ ਮੈਨੂੰ ਗੌਰ ਨਾਲ ਵੇਖਣ ਡਿਆ ਹੁੰਦਾ ਸੀ ਤੇ ਨਾਲ ਕਹਿੰਦਾ ਸੀ ਹਾਏ ਵੇਖੋ ਖੁਸਰਾ ਪਾਗਲ ਹੋ ਗਿਆ ਜੇ। ਨਹੀਂ ਬਾਜੀ ਕਾਮੀ, ਪੂਰਾ ਲਾਹੌਰ ਮੈਨੂੰ ਵੇਖਦਾ ਸੀ। ਮੈਂ ਇੰਜ ਕਰਕੇ ਜਦੋਂ ਡੁੱਬੀ ਮਾਰਦੀ ਸਾਂ ਤੇ ਵਿੱਚ ਹੀ ਪਾਣੀ ਦੇ ਰਹਿੰਦੀ ਸਾਂ ਤੇ ਸਾਰੇ ਲੋਕ ਮੈਨੂੰ ਹਸਰਤ ਭਰੀਆਂ ਨਿਗਾਹਾਂ ਨਾਲ ਲੱਭਦੇ ਸਨ ਤੇ ਜਦੋਂ ਮੈਂ ਨਹੀਂ ਲੱਭਦੀ ਸਾਂ ਤੇ ਉਦੋਂ ਸਾਰੇ ਗਾਉਂਦੇ ਸਨ, ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ, ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ ਤੁਫੈਲ ਖੁਸਰਾ ਕਿੱਥੇ ਰਹਿ ਗਿਆ। ਸਾਡੀ ਅੱਖਾਂ ਵਿੱਚ ਸਾਬਣ ਪਾ ਕੇ, ਸਾਡੀ ਜੇਬਾਂ ਵਿੱਚੋਂ ਪੈਸੇ ਕਢਾ ਕੇ ਤੁਫੈਲ ਖੁਸਰਾ ਕਿੱਥੇ ਰਹਿ ਗਿਆ। ਨੱਚਦਾ ਤੁਫੈਲ ਕਿੱਡਾ ਚੰਗਾ ਲੱਗਦਾ, ਅੱਜ ਕੱਲ ਕੰਮ ਉਹਦਾ ਨਹੀਂ ਚੱਲਦਾ। ਨੱਚਦਾ ਤੁਫੈਲ ਕਿੱਡਾ ਚੰਗਾ ਲੱਗਦਾ, ਅੱਜ ਕੱਲ ਕੰਮ ਉਹਦਾ ਨਹੀਂ ਚੱਲਦਾ। ਆਵੇ ਤੇ ਨਚਾਵਾਂਗਾ ਮੈਂ ਹੱਥ ਜੋੜ ਕੇ, ਖੁਸਰਿਆ ਗੁੱਸਾ ਕੀਤਾ ਕਿਹੜੀ ਗੱਲ ਦਾ। ਬੰਦ ਕਮਰੇ 'ਚ ਮੈਨੂੰ ਬਿਠਾ ਕੇ, ਉਤੋਂ ਪੁਲਿਸ ਵੀ ਆਪ ਬੁਲਾ ਕੇ ਤੇ ਕਹਿ ਦਿੱਤਾ ਛਾਪਾ ਪੈ ਗਿਆ। घर वालियों डेरेदारों मजेदारों ਹਾਏ भाई झांझर नू लैण वाला पहुंच गया, जरा झांझर नू लश्का दियो। हाय रेशमा जादू ले मियां लीना इचरे तो जाके ठंडिया बोतला पड़ के ले आ। ਹਾਏ ਬਾਜੀ ਮੈਂ ਹੁਣੇ ਗਈ। ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ, ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ। ਨੀ ਬਾਜੀ ਨੀ ਬੋਤਲ ਠਾ ਠਾ ਲਈ ਲੈ ਕੇ ਆਵੀਂ। ਆਹੋ ਮਤੇ ਹਸਨ ਨਸਾਰ ਵਾਲੀ ਲੈ ਕੇ ਆ ਜਾਏ। हाय कड़े करा, खुशी दा मौका है। ਹਾਏ ਨੀ भाई अस्सलाम वालेकुम। बिस्मिल्लाह करा। इतना इंतजार करवाया है, रौफ तेन याद होएगा क्योंकि तुम मेरा क्लास फेलो है। और नथी भी रवो ना। ਅੰਮੀ ਜੀ ਹੋਰ ਕੀ ਛੁਪਾਇਆ ਸਾਡੇ ਕੋਲ? और खुली डुली जिंदगी गुजारी है, कुछ नहीं छुपाया। भाई रौफ तेन याद होएगा तू साडा क्लास फेलो है। एक बारी स्कूल दे विच जेड़ा बोर्ड सी ओदे थल्ले मैं बैठा सा और तू मैं रख सा। हाँ ठुमके ला रहा सा। बे मैं तेन उदो क्या सी तू पढ़ लिख के एक दिन बड़ा इंसान बनेगा ते वेख तू ख्वाजा सराय बन गया। छो ना तुसी
ਆ ਵੇਖੋ ਮੇਰੀ ਧੀ ਸਲੀਮ ਝਾਂਜਰ। ਛਨ 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 ਨਹੀਂ ਅੰਮੀ ਗੁਰੂ ਨੀ ਮੁੰਡੇ ਦਾ ਪਿਓ ਏਡਾ ਸੋਹਣਾ ਤੇ ਮੁੰਡਾ ਕਿੱਡਾ ਸੋਹਣਾ ਹੋਏਗਾ। ਭਈਆ ਕਿਸ ਮੁੰਡੇ ਦਾ ਜ਼ਿਕਰ ਹੋ ਰਿਹਾ? ਔਰ ਤੁਹਾਡੇ ਮੁੰਡੇ ਦਾ ਡਾਲਰਾਂ ਵਾਲੇ ਦਾ ਜਿਹਦੇ ਵਾਸਤੇ ਤੁਸੀਂ ਸਲੀਮ ਝਾਂਜਰ ਦਾ ਰਿਸ਼ਤਾ ਲੈਣ ਆਏ ਹੋ। ਤੇਰੇ ਹੀ ਮੁੰਡੇ ਦਾ ਜ਼ਿਕਰ ਹੋ ਰਿਹਾ ਵੇ ਸੁਨਿਆਰਿਆਂ ਦੇ ਦੀਵੇ ਠੀਕ ਕਰਨ ਵਾਲੇ ਆ ਬਾਬਿਆ। ਛਨ 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 ਇਸ ਛਨ ਛਨ ਨੂੰ ਰੋਕ ਦਿਓ। ਅਗਰ ਤੁਸੀਂ ਮੇਰੇ ਮੁੰਡੇ ਦਾ ਜ਼ਿਕਰ ਕੀਤਾ ਹੈ ਤੇ ਮੈਂ ਉਹਦਾ ਜ਼ਿਕਰ ਨਹੀਂ ਸੁਣਨਾ ਚਾਹੁੰਦਾ। ਹਾਏ ਕਿਉਂ? ਨਾਲਾਇਕ ਮੇਰੇ ਡਾਲਰ ਲੈ ਕੇ ਤੇ ਫਰਾਰ ਹੋ ਗਿਆ। ਹੈ ਮੈਨੂੰ ਆਪ ਕਰਾਂਗਾ। ਹਜੇ ਮੁੰਡੇ ਨੂੰ ਆਪ ਕਰਤਾ ਤੇ ਵਿਆਹ ਕਿਨੂੰ ਆਏ ਹੋ? ਮੇਰੇ ਦੋਸਤ ਮੇਰੇ ਮਾਈ ਫਰੈਂਡ ਰਊਫ ਜਰਾ ਮੇਰੇ ਨਾਲ ਗੌਰ ਕਰ। ਉਹ ਮੁੰਡਾ ਮੈਂ ਹੀ ਆ, ਤੁਸੀਂ ਮੈਨੂੰ ਆਪਣੀ ਫਰਜ਼ੰਦੀ ਚ ਲੈਣਾ ਹੈ। ਹਾਏ ਭੋਰਿਆ। ਹਾਏ ਹਾਏ ਗੁਰੂ ਇਹਦੇ ਤੇ ਦੰਦ ਹੀ ਨਹੀਂ ਹੈ। ਬਈ ਤੁਸੀਂ ਸ਼ਾਦੀ ਤੋਂ ਪਹਿਲੇ ਮੇਰੇ ਕੋ ਬਾਦਾਮ ਤੜਵਾਣੇ। ਦੋਨਾਂ ਦਾ ਕੀ ਤਲਕ ਹੈ ਸ਼ਾਦੀ ਨਾਲ? ਹੈ ਵੇ ਉਤਰਿਆ ਹਾਏ ਛੱਡ ਦੇ ਛੱਡ ਬਾਜ ਮੈਨੂੰ ਛੱਡ ਦੇ ਛੱਡ ਦੇ ਅੱਜ ਮੈਂ ਬਾਬਾ ਉਧੇੜ ਦੇਣੇ ਮੈਂ ਤੈਨੂੰ ਸਲੀਮ ਝਾਂਜਰ। ਉਤਰਿਆ ਕਫਨ ਸੀਨਾ ਲਿਆ ਤੇਰੇ ਜ਼ਿਹਨ ਚ ਮੇਰਾ ਖਿਆਲ ਕਿਸ ਤਰ੍ਹਾਂ ਆਇਆ ਹੈ। ਮੈਂ ਇੱਕ ਦਿਨ ਗਾਣਾ ਸੁਣ ਰਿਹਾ ਸਾਂ ਦੁਨੀਆ ਪਿੱਤਲ ਦੀ। ਹਾਲਾਂਕਿ ਤੁਹਾਨੂੰ ਉਹ ਸੁਣਨਾ ਚਾਹੀਦਾ ਹੈ, ਹਮ ਚਲੇ ਇਸ ਜਹਾਂ ਸੇ। नहीं 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 ऐसा म्यूजिक तो मैं अपने कोलों नहीं लंघन देता। मैं तो कलो म्यूजिक सुन रहे हैं, वॉल्यूम कम कर दो पापा जाग जाए। ਵੇ ਉਤਰਿਆ ਚਾਹ ਚ ਡੋਬਣ ਵਾਲੇ ਆ ਪਾਪਿਆ ਮਰਨੇ ਆ ਪਿੱਤਲ ਦੇ ਵਾਜੇ ਕਲੀ ਕਰਨ ਵਾਲੇ ਆ ਤੇਰੇ ਜ਼ਿਹਨ ਚ ਮੇਰਾ ਖਿਆਲ ਕਿਵੇਂ ਆਇਆ ਹੈ। इस तरह ਇੱਕ ਇੱਕ ਸ਼ੈ ਚ ਨਾ ਬੈਠੋ ਨਾ ਹਾਏ ਲੱਭ ਕੇ ਸਜਾਈਏ भाई तो मैनू यकीनन अपोजिशन ना खुसरा लगे। ਓ ਇੱਕ ਇੱਕ ਸ਼ੈ ਚ ਨਾ ਮੂੰਹ ਨਾਲ ਥਾਨ ਪਾੜਨ ਵਾਲੇ ਆ ਬਹਿ ਜਾ ਲੱਭ ਕੇ ਸਜਾਈਏ इधर हल्की मालिश नार ते नार चढ़ गई। ਤੇਰੇ ਲਈ ਇੱਟ ਨਵੀਂ ਗਰਮ ਕਰਾਈਏ ਇੱਕ ਇੱਕ ਸ਼ੈ ਚ ਨਾ ਹਾਏ ਲੱਭ ਕੇ ਸਜਾਈਏ। ਸਜਾਈਏ मुश्ताक हाँ जी। तू मेरा ड्राइवर भी है ते मेरा राजदार भी है। ਤੇਰੇ ਦਾ ਨਾਂ ਸ਼ੇਰੂ ਰੱਖ ਲਓ। ਐਡੇ ਮਹਿੰਗੇ ਬਿਸਕਿਟ ਇਹਨੂੰ ਕਿੱਥੋਂ ਪਾਵਾਂਗੇ ਅਸੀਂ। मैनू ये दस साढ़े आन तो पहले इन्हां दी जिंदगी किन्ने सजाई है? ਪਤਾ ਕਰ ਲੈਣੇ ਹੋਣੀ। ਵੇ ਕੁਕੜੀ ਦੇ ਪੰਜਿਆਂ ਨਾਲ ਖੁਰਕ ਕਰਨ ਵਾਲੇ ਆ ਬਾਬਿਆ ए तुसी खुसरा होने तो पहले स्टैंड अप कॉमेडी करदे हुंदे सो। प्लीज वंस मोर। ਮੈਂ ਕਿਹਾ ਮਜ਼ਾ ਨਹੀਂ ਆ ਰਿਹਾ ਤੇ ਫਵਾਦ ਚੌਧਰੀ ਨੂੰ ਬੁਲਾ ਦਿਆਂ। यकीन करो कि मैं बहुत दुखी होके तुहाडे दर ते आया। ਹਾਏ ਸਾਡੇ ਨਸੀਬਾਂ 'ਚ ਤਾਂ ਸਾਰੇ ਦੁਖੀ ਲਿਖੇ ਨੇ, ਖੁਸ਼ਹਾਲ ਬੰਦਾ ਤੇ ਸਾਡੇ ਕੋਲ ਆਂਦਾ ਹੀ ਨਹੀਂ। ਹਾਏ ਹਾਏ ਕੀ ਹੋਇਆ ਡਾਕਟਰ ਸਾਹਿਬ? रऊफ तू मेरा बचपन का दोस्त है, मेरा क्लास फेलो है। और मेरा दिल करता है मैं अपना कलेजा चीर के तुहाडी टेबल ते रख दिया। ਕਲੇਜਾ ਨਾ ਚੀਰੀ ਮੇ ਰੰਗੀਨ ਪੀੜੇ ਤੇ ਲੋਬੀਆ ਛੋਲੇ ਵੇਚਣ ਵਾਲਿਆ तुसी खुसरा होने तो पहले भंड ते नहीं सुनदे। लाइक है ਹਾਏ ਡਾਕਟਰ ਸਾਹਿਬ। ਡਾਰ ਸਾਹਿਬ ਤੇ ਫੜੇ ਗਏ ਨੇ। नहीं वैसे कंपनी की मशहूरी वास्ते हरकत की थी है। मेरा दुख नहीं पूछोगे कि मैं क्यों ऐसे दुखी हूं। ਹੁਕਮ ਕਰੋ ਹੁਕਮ। ਤੈਨੂੰ ਕੀ ਦੁੱਖ ਹੈ ਵੇ ਤੈਨੂੰ ਕੀ ਦੁੱਖ ਹੈ ਵੇ। मैं सिर्फ ये अर्ज करनी सी कि देखो मेरी आल औलाद जितनी भी मेरी बहुआं हो गई, मेरे बेटों की मेरी खिदमत नहीं कर रहे, केयर नहीं कर रहे, कोई नहीं पूछ रहा। अगर मैं घर वेला तो मेरी बहू कहनी जाके अब्बा जी वेले हो अब बच्चों के पैंपर ले आओ। हुण मैं बच्चों के पैंपर लियान जोगा रह गया। ਵੇ ਉਧਾਰ ਪੈਂਪਰ ਲਿਆਉਣ ਵਾਲੇ ਆ ਹੋਇਆ ਕੀ। तुसी खुसरा होने तो पहले कितने स्टेज ड्रामे स्ट्रगल तो नहीं करते? मैं इस नतीजे ते पहुंचा कि इतनी खिदमत ना कोई पुत्र ना कोई भरा ना कोई बीवी ना कोई बहू नहीं कर सकती जितनी ख्वाजा सरा कर सकते। ਤੂੰ ਠੀਕ ਕਹਿਣਾ ਮੈਂ ਤਾਰੀਖੀ ਖੋਤਿਆ। मुश्ताक जी ए गल्लां बाहर लीक नहीं होनी चाहिए। मैं कहना सी रऊफ कि मैनू एक ख्वाजा सरा दे दियो तुसी जेड़ा मेरी खिदमत करता रहे। मैनू टाइम ना दवाई खवा दे, टाइम ना मैनू दूध पिया दे, टाइम ना मैनू अंडा दे दे, और मैं तो की लेना। ਨੀ ਅੰਮੀ ਗੁਰੂ ਜਾਂ ਗੁਰੂ ਸਦਕੇ। ਹਾਏ ਇਹ ਜਿੱਡਾ ਬਿਮਾਰ ਹੈ ਨਾ ਇਹਦੀ ਖਿਦਮਤ ਲਈ ਤੂੰ ਆਪ ਹੀ ਚਲੀ ਜਾ। अपना चांजर गल है देखो, अगर वो डिग पिया तो मैं उन्होंने नहीं चुक सकांगा, मैं डिग पिया तो मैनू नहीं चुक सकांगा। फायदा की जे असी दोवें एक दूसरे दी नजरां तो डिग पे। बई तुसी चलो
ਤੁਸੀਂ ਤੰਦਰੁਸਤ ਔਰ ਤਵਾਨਾ ਖੁਸ਼ ਰਹੇ ਹੋ। ਤੁਸੀਂ ਭੱਜ ਕੇ ਕੰਮ ਕਰੋਗੇ ਤੇ ਮੈਂ ਤੁਹਾਡੀ ਦੌੜ ਵੇਖ ਕੇ ਖੁਸ਼ ਹੁੰਦਾ ਰਵਾਂ। ਵੇ ਮਰੇ ਪਰਿੰਦੇ ਵੇਚਣ ਵਾਲਿਆ, ਟੁੱਟ ਪੈਣੇ ਆ ਨਾ ਰਹਿਣੇ ਆ, ਮੇਰੇ ਵਾਸਤੇ ਤੂੰ ਹੀ ਰਹਿ ਗਿਆ ਫਟੀਚਰਾ। ਠੀਕ ਹੈ, ਮਰਜ਼ੀ ਹੈ ਤੁਹਾਡੀ। ਝਾਂਜਰ ਦੀ ਪਾਵਾਂ ਛਣਕਾਰ, ਕੋਈ ਐਸੀ ਗੱਲ ਨਹੀਂ। ਨੈਣਾ ਚੋਂ ਡੁੱਲਦਾ ਖੁਮਾਰ, ਲੱਗਾ ਏ ਦਿਲ ਨੂੰ ਮੈਂ ਮਾਰ ਕੇ ਆ ਗਏ ਨੇ, ਫੇਰ ਆ ਗਏ ਨੇ। ਉਹ ਤੇਰਾ ਖਾਨਾ ਖਰਾਬ ਹੋਵੇ ਓਏ, ਉਹ ਪੋਤਰੇ ਦੀਆਂ ਜਰਾਬਾਂ ਪਾਉਣ ਵਾਲੇ ਆ। ਉਹ ਤੇਰੇ ਦਾਦੇ ਦੀ ਮੈਂ ਪਹਿਲਾਂ ਹੀ ਕਹਿੰਦੀ ਸੀ ਮਰਨਾ ਢਿੱਲੇ ਅੰਬ ਚੂਪਣ ਵਾਲਾ ਇੱਕ ਨਹੀਂ ਸਹਿ ਸਕਦਾ। ਹੁਣ ਤੇਰੇ ਵਾਸਤੇ ਉਹ ਕੱਚੀਆਂ ਅੰਬੀਆਂ ਖਾਣ ਲੱਗ ਪਵੇ। ਕਿੱਡੀ ਜ਼ੋਰ ਦੀ ਛਿੱਤਰ ਮਾਰਿਆ ਸੂ ਨੀ ਅੰਮੀ ਗੁਰੂ ਜੀ। ਅੰਦਰ ਹੀ ਰਹੋ। ਇਹਦੇ ਨਾਲ ਹੀ ਵਿਆਹ ਦੇ ਛਿੱਤਰ ਤਾਂ ਸਾਡੇ ਕੋਲ 1.25 ਕਰੋੜ ਨੇ। ਹੋਰ ਖਾ ਲੈ। ਹਾਏ ਹੁਣ ਕਦਾ ਹਾਂ ਹਾਏ। ਓਏ ਤੁਸੀਂ ਲੋਕ ਹੈ ਹੀ ਛਿੱਤਰਾਂ ਦੇ ਲਾਇਕ ਹੋ। ਭਾਈ ਸਾਹਿਬ, ਹਾਂਜੀ। ਮੈਂ ਆਪਣੇ ਪੋਤੇ ਲਈ ਖੁਸ਼ਕ ਦੁੱਧ ਲੈ ਕੇ ਜਾਣਾ, ਮੈਨੂੰ ਜਾਣ ਦਿਓ। ਓਏ ਕਬਰਸਤਾਨ ਦੇ ਵਿੱਚ ਸ਼ਿਜਰਕਾਰੀ ਮੁਹਿੰਮ ਦਾ ਇਫਤਤਾਹ ਕਰਨ ਵਾਲੇ ਆ। ਉਹ ਤੇਰੀ ਦਾਦੀ ਦੀ ਦਾਦੀ ਨਾਲ ਬੜੀ ਚੰਗੀ ਔਰਤ ਸੀ, ਮੈਂ ਤੇ ਦੱਸਣਾ ਚਾਹ ਰਿਹਾ। ਇੱਥੇ ਕੀ ਲੈਣ ਆਇਆ ਓਏ? ਐਵੇਂ 15-20 ਮਿੰਟ ਸਾਹ ਲੈਣ ਆਇਆ ਸੀ। ਇੱਥੇ ਜਿਹੜਾ ਤੈਨੂੰ ਆਕਸੀਜਨ ਦਾ ਸਿਲੰਡਰ ਮਿਲਦਾ। ਬੰਦਾ ਪੁੱਛੇ ਇੱਕ ਅੱਧਾ ਤੇਰਾ ਸਾਹ ਰਹਿ ਗਿਆ ਮਰਨਿਆ, ਤੂੰ ਘਰ ਹੀ ਲੈ ਲੈ। ਉੱਥੇ ਚਾਚੀ ਨਹੀਂ ਲੈਣ ਦਿੰਦੀ। ਜ਼ੁਲਮ ਰਹੇ ਔਰ ਅਮਨ ਵੀ ਹੋ। ਏਡੀ ਜ਼ਰਕਾ ਨਾ ਬਣ, ਮੈਂ ਛਿੱਤਰ ਤੇਰੀ ਨਾਸਾਂ ਤੇ ਮਾਰਨਾ। ਓਏ ਇੰਡੀਆ ਦੇ ਐਟਮੀ ਸਾਇੰਸਦਾਨ ਇੱਥੇ ਲੈਣ ਕੀ ਆਇਆ? ਪੁੱਤਰ ਮੇਰੇ ਤੋਂ ਪਹਿਲੇ ਇੱਥੇ ਬੰਦੇ ਕੀ ਲੈਣ ਆਉਂਦੇ? ਮੈਂ ਤੈਨੂੰ ਇਹ ਦੱਸ ਰਿਹਾ ਕਿ ਇਹਨਾਂ ਨੇ ਮੈਨੂੰ ਖੁਦ ਬੁਲਾਇਆ ਹੈ। ਵਜ੍ਹਾ? ਪੁੱਤਰ ਇਹ ਪੈਸੇ ਇਹਨਾਂ ਲੋਕਾਂ ਨੇ ਮੇਰੇ ਹੱਥ ਵਿੱਚ ਦਿੱਤੇ ਨੇ ਔਰ ਇਹਨਾਂ ਨੇ ਕਿਹਾ ਤੁਸੀਂ ਇਲਾਕੇ ਦੇ ਮੁਅੱਜ਼ਜ਼ ਔਰ ਬਜ਼ੁਰਗ ਆਦਮੀ, ਇਹ ਪੈਸੇ ਜਾ ਕੇ ਸਾਡੇ ਵੱਲੋਂ ਐਮਨੈਸਟੀ ਸਕੀਮ 'ਚ ਜਮ੍ਹਾਂ ਕਰਾ ਦਿਓ। ਬਜ਼ੁਰਗਾ ਸ਼ਬਰਜ਼ਾਦੀ ਇਹਨਾਂ ਕੋਲੋਂ ਪੈਸੇ ਨਹੀਂ ਫੜਦਾ। ਨਹੀਂ 2-3 ਵਾਰੀ ਇਹਨਾਂ ਨੇ ਪੈਸੇ ਸ਼ਬਰਜ਼ਾਦੀ ਨੂੰ ਫੜਾਏ ਨੇ। ਉਹਨੇ ਪੈਸੇ ਫੜਨ ਦੀ ਬਜਾਏ ਇਹਨਾਂ ਨੂੰ ਫੜ ਲਿਆ। ਮਾਰ ਇਹਨੂੰ। स्टे विद अस, कहीं नहीं जाइएगा। छोटे वक्फे के बाद वापस आते हैं, नए सेगमेंट के साथ आएंगे। आप देख रहे हैं सियासी थिएटर। ਵੈਸੇ ਮੰਨ ਗਏ ਆ ਸ਼ਾਹ ਜੀ ਤੁਹਾਨੂੰ ਵੀ, क्या मतलब? ਇਹ ਖੁਸਰਿਆਂ ਤੋਂ ਬਗੈਰ ਤੁਹਾਡਾ ਵੀ ਦਿਲ ਨਹੀਂ ਲੱਗਦਾ। ਘਰ ਵੱਡੇ ਮੁੰਡੇ ਦੀ ਸਾਲਗਿਰਾ, ਉੱਥੇ ਨਹੀਂ ਪਹੁੰਚੇ ਤੁਸੀਂ। वेलकम बैक नाज़रीन, प्रोग्राम में दोबारा हाजिर खिदमत है। जी माहम, शाजी, अब बारी है हमारे बहुत इंटरेस्टिंग सेगमेंट न्यूज़ एंड वायरल वीडियोस की। और न्यूज़ एक कामों की कि ऐसे आशिक के बारे में है जो 3 बच्चों की मां के पीछे अपना घर, जायदाद और गुर्दे बेच बैठे। शाजी, इस एक गुर्दे वाले आशिक की न्यूज़ की तरफ बढ़ने से पहले हम आज की अपनी वायरल वीडियो की तरफ बढ़ेंगे, जिससे हमें ये पता चलेगा कि जैसे मर्द दावा करते हैं कि बाहर रहकर काम करना बहुत मुश्किल काम होता है, तो जरा ये देखिए कि घर पर रहकर बच्चों को हैंडल करना उससे भी क्यों? ਵੀ ਜਿਹਨੇ ਪਹਿਲੇ ਜਿੱਤਿਆ ਉਹਨੂੰ ਥੋੜਾ ਵਕਤ ਚ ਪਾਇਆ। अच्छा जी, जो दूसरी खबर माहम कह रही थी बहुत ही इंटरेस्टिंग है। एक कामों की एक आशिक हैं, हुमायूं साहब इनका नाम है, हुमायूं बाबर। और मौसूफ को एक खातून से इश्क हो गया। 32-33 साल इस आदमी की उम्र है और 3 बच्चों की माँ थी वो। 3 बच्चों की माँ है वो। इश्क हो गया और उस औरत ने इसकी जायदाद बिकवा दी। एक हवेली थी छोटी मोटी, वो बिकवा दी, घर बिकवा दिया, फिर गुर्दा भी मौसूफ ने बेच दिया और तकरीबन 7.5 लाख रुपए इसने उसकी ख्वाहिश पर उसे दे दिए। और फिर लाजी बात है, ना उसने तलाक ली अपने शौहर से, ना उसने इससे शादी की। और फिर जब इसने तकाजा करना शुरू किया कि मेरे पैसे वापस कर दो, इस आशिक ने नहीं होर की आई है महफिल। तो जिस खातून पर वो मरता था उसे घर बुलाया उसने कहा आओ मैं तुम्हें पैसे वापस करती हूँ। और इस बहाने से घर बुलाकर मौसूफ की खूब धुलाई करवाई, खूब मारा पीटा उसे और उस पर चोरी का इल्जाम लगाकर उल्टा उस बेचारे को पुलिस वालों को दे दिया। ਹਾਏ ਭਾਜੀ, ਮੈਂ ਤੁਹਾਨੂੰ ਦੱਸਾਂ ਕਿ ਇਹ ਚਗਲ ਨੇ ਹਰਕਤ ਹੀ ਇਹੋ ਜੀ ਕੀਤੀ ਹੈ। ਮੈਨੂੰ ਕਹਿੰਦਾ ਆਪਣੇ ਬੰਦੇ ਕੋਲੋਂ ਤਲਾਕ ਲੈ ਲੈ। ਇਸ ਉਮਰੇ ਮੈਂ ਤਲਾਕ ਲੈਂਦੀ ਚੰਗੀ ਲੱਗਨੀ ਆ। ਹਾਏ ਹਾਏ ਹਾਏ, ਤੇ ਇਸ ਉਮਰੇ ਤੂੰ 7 ਲੱਖ ਲੈਂਦੀ ਚੰਗੀ ਲੱਗਣੀ? ਲੋ ਤੈਨੂੰ ਮੈਂ ਪੁੱਛਦੀ ਆ ਜ਼ਰਾ। ਬੜੀ ਬੰਨੀ ਜ਼ੁਬਾਨੀ ਭਾਜੀ ਸਾਗਰ ਕੀ ਹੋ? ਭਾਜੀ 7.5 ਲੱਖ। ਇਹਦੀ ਹਰਕਤ ਤੇ ਵੇਖੋ ਸ਼ਾਹ ਜੀ, ਚੰਡ ਵੀ ਨਹੀਂ ਮਾਰਦੀ ਆਂਦੀ। ਨਾਂ ਰੱਖਿਆ ਮੁਗਲਿਆ ਖਾਨਦਾਨ ਦੇ ਬਾਦਸ਼ਾਹ ਵਰਗਾ। ਤੇ ਹਰਕਤਾਂ ਚੱਲਣ ਵਾਲੀਆਂ। ਉਹ ਬੀਬੀ ਉਹਨਾਂ ਨੇ ਵੀ ਚਵਲਾ ਮਾਰੀਆਂ, ਕਿਹੜੀਆਂ ਡਿਗਰੀਆਂ ਲਈਆਂ ਉਹਨਾਂ ਨੇ? ਵਜਾ ਆਰਾਮ ਨਾਲ ਰਹਿ।
ਹਮਾਇਓ ਬਾਬਰ ਪਿਓ ਪੁੱਤਰ ਦਾ ਇਕੱਠਾ ਹੀ ਨਾਂ ਰੱਖ ਲਿਆ ਇਹਨੇ। ਇਹ ਵੇਖ ਲੈ ਮੈਂ ਕਿੱਡਾ ਨਾਂ ਰੱਖਿਆ ਤੇ ਪਹਿਲੀ ਜੰਗ ਹਾਰ ਗਿਆ। ਇਹਦਾ ਕੀ ਕਰੀਏ ਹੁਣ? ਵੇਖ ਹੁਣ ਕਿੱਡਾ ਚੂਚਕ ਬੇਗਮ ਵਰਗਾ ਮੂੰਹ ਬਣਾ ਕੇ ਬੈਠਾ ਹੈ। ਇਹਦਾ ਇਹ ਕਰਨਾ, ਇਹਨੂੰ ਪੁੱਠਾ ਟੰਗੋ ਤੇ ਇਹਨੂੰ ਪੁੱਛੋ ਮੇਰਾ ਜ਼ੇਵਰ ਕਿੱਥੇ। ਬਹੁਤ ਅੱਛੇ। ਉਹਦਾ ਅੱਗੇ ਇੱਕ ਗੁਰਦਾ ਕੋਈ ਨਹੀਂ, ਪੁੱਠਾ ਟੰਗੀਏ, ਦੂਜਾ ਨਿਕਲ ਜਾ, ਕੌਣ ਜ਼ਿੰਮੇਦਾਰ ਹੈ? ਮੈਂ ਤੇ ਇਸ ਗੱਲ ਦਾ ਹੀ ਮਜ਼ਾ ਲਈ ਜਾ ਰਿਹਾ ਕਿ ਨਾ ਹਮਾਇੂ ਬਾਬਰ ਹੈ ਤੇ ਕੁੱਲ ਜਾਇਦਾਦ 7.5 ਲੱਖ ਰੁਪਏ। आपका इनसे मुआशका था कभी? ਹਾਏ ਹਾਏ ਹਾਂਜੀ। ਮੁਆਸ਼ਕੇ ਦੀ ਕੀ ਗੱਲ ਕਰਦੇ ਪਏ ਹੋ? ਮੈਂ ਜੀ ਜਦੋਂ ਇਹਨੂੰ ਮਨਾ ਕੀਤਾ ਹੈ ਕਿ ਇਸ਼ਕ ਕਰਨਾ ਦਿਲ ਗੁਰਦੇ ਵਾਲੇ ਦਾ ਕੰਮ ਹੈ ਤੇ ਇਹਨੇ ਕਿਉਂ ਪੰਗਾ ਲਿਆ ਜੀ? नहीं, ਉਹ ਜਦੋਂ ਤੂੰ ਕੱਢ ਹੀ ਲਿਆ ਉਹਨੇ। नहीं, आपने मुख्तलिफ औकात में इनकी जायदाद बिकवाई, हवेली, घर और गुर्दा, या नहीं? मतलब आपने पैसे लिए 7.5 लाख रुपए इससे कि नहीं? ਦੱਸ ਬੀਬੀ ਹੁਣ ਬੋਲ। ਆ ਲੈ 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 लिया आपने? ਲੈ ਨਹੀਂ ਤੇਰੇ 'ਚ ਕਿਹੜੀ ਐਸੀ ਚੀਜ਼ ਹੈ ਨਹੀਂ 7.5 ਲੱਖ ਰੁਪਇਆ ਲੈ ਗਈ ਹੈ? ਮੈਂ ਚੰਡਾ ਬੜੀਆਂ ਸੋਹਣੀਆਂ ਮਾਰਨੀਆਂ। ਇਹਨੂੰ ਪੁਲਿਸ 'ਚ ਭਰਤੀ ਕਰੋ ਸਾਹਿਬ ਜੀ। ਉਹ ਕੋਈ ਐਸਪੀ ਕੁੱਟ ਕੱਢੇਗੀ। ਹੁਣ ਤੱਕ ਕੱਢੇਗੀ, ਮੈਂ ਤੁਹਾਨੂੰ ਹੁਣੇ ਕੁੱਟਾਂਗੀ। ਸਰ ਕੁਝ ਸਤਿਆਨਾਸ਼ ਇਹ सुने बीबी, बीबी मेरी बात सुनो। ਡਿਆ ਵੀ ਆਵਾ नहीं, ओह तशरीफ रखे ना, बात करने दे। ਸ਼ਰੀਫ ਕਾ ਦੀ ਇੱਥੇ ਬੁਲਾ ਕੇ ਜ਼ਲੀਲ ਕਰਨ ਦੇ ਨੇ ਸਾਨੂੰ। नहीं, एक मिनट, आपने ये मान लिया कि 7.5 लाख खादा। ਆ ਵੇਖਦੇ ਮੈਂ 7.5 लाख रुपए आपने इनसे लिए। खा लिए। यार ये मुझे बताओ हुमायूं बाबर कि तुम्हें क्या जरूरत थी इतना पैसा इस पे लुटाने की? 3 बच्चों की माँ है वो, तो तुम्हें इश्क करने के लिए और कोई नहीं मिला? ਭਾਜੀ ਮੈਨੂੰ ਨਹੀਂ ਪਤਾ ਲੱਗਾ 3 ਬੱਚਿਆਂ ਦੀ ਮਾਂ ਹੈ। ਓਏ ਉਹ ਤੈਨੂੰ ਇਹਦੇ ਫਿਗਰ ਤੋਂ ਵੀ ਨਹੀਂ ਪਤਾ ਲੱਗਾ? ਆਪਣੇ ਵੱਲੋਂ ਉਹਨੂੰ ਮਧੂਰੀ ਸਮਝਦਾ ਰਿਹਾ। ਇਹ ਫੜਿਆ ਨਾ ਜਾਂਦਾ ਤੇ ਇਹਨੇ ਧੱਕ ਧੱਕ ਵੀ ਕਰ ਦੇਣਾ ਸੀ। ਤੇ ਮੈਂ ਕਿ ਕਿਸੇ ਮਧੂਰੀ ਤੋਂ ਘੱਟ। ਉਹ ਭਾਜੀ ਮੇਰਾ ਤੇ ਗੁਰਦਾ ਹੀ ਹੈ ਨਹੀਂ ਸੀ, ਮੈਂ ਧੱਕ ਧੱਕ ਕਾਹਦੇ ਨਾਲ ਕਰਨਾ ਸੀ? ਮੈਜਿਸਟ੍ਰੇਟ ਸਾਹਿਬ ਇਸ ਔਰਤ ਨੇ ਮੇਰੇ ਨਾਲ ਧੋਖਾ ਕੀਤਾ ਜੀ। कैसे? ਮੈਨੂੰ ਟੈਲੀਫੋਨ ਕਰਕੇ ਕਹਿੰਦੀ ਜਾਨੂ ਇੱਕ ਵਾਰੀ ਆਰਫ ਵਾਲੇ ਆ ਜਾਓ, ਖਰਬੂਜ਼ੇ ਬਹੁਤ ਮਿੱਠੇ ਆਏ। ਇਹ ਵੇਖੋ। अच्छा यार मुझे एक बात तो बताओ, अपना गुर्दा आपने बेच दिया, सारी जायदाद बेच दी, आखिर ऐसा क्या इस औरत में देखा आपने? ਜੇ ਮੈਂ ਗੁਰਦਾ ਵੇਚਣ ਦੀ ਵਜ੍ਹਾ ਪੁੱਛ ਲਓ, ਇਹ ਸਾਡੇ ਪਿੰਡ ਦੀ ਭਾਜੀ। ਅੱਛਾ। ਇੱਕ ਵਾਰ ਸਾਡੇ ਪਿੰਡੋਂ ਢੱਗਾ ਚੋਰੀ ਹੋਇਆ ਜੀ। ਇਹਨੇ ਢੱਗੇ ਸਮੇਤ ਚੋਰ ਢਾ ਲਿਆ ਸੀ ਜੀ। ਮੈਂ ਉਦੋਂ ਦਿਲ ਸੋਚਿਆ ਸੀ ਮੈਂ ਵਿਆਹ ਕਰਨਾ ਤੇ ਇਹਦੇ ਨਾਲ ਕਰਨਾ ਭਾਵੇਂ ਮੇਰਾ ਗੁਰਦਾ ਖਾ ਜਾਏ। ਉਹ ਤੁਸੀਂ ਇਸ ਮੁਲਕ ਨਾਲ ਕਿਉਂ ਨਹੀਂ ਮੁਖਲਸ ਹੁੰਦੇ ਹੋਏ? ਉਹ ਸ਼ੱਬਰਜ਼ਾਦੀ ਨੂੰ ਟੈਕਸ ਦਿੰਦਾ ਨਹੀਂ, ਉਹ ਇਹਨੂੰ ਤੂੰ ਸਾਰੀ ਜਾਇਦਾਦ ਖਵਾਤੀ, ਉਹ ਗੁਰਦਾ ਖਵਾਤਾ। ਸਮਝ ਕਿਉਂ ਨਹੀਂ ਆਉਂਦੀ? ਦੇਖ ਇਹਦੀਆਂ ਚੀਕਾਂ ਵੇਖ ਇਹਦੀਆਂ ਹੁਣ। ਹਾਏ ਉਹ ਭਾਈ ਜੀ ਮੈਂ ਸ਼ੱਬਰਜ਼ਾਦੀ ਸਾਹਿਬ ਨੂੰ ਟੈਕਸ ਕਿਵੇਂ ਦੇ ਦਿਆਂ? ਉਹਨਾਂ ਦੀਆਂ ਮੁੱਛਾਂ ਹੀ ਇੰਜ ਜਿਵੇਂ ਗਰੀਬ ਦੇ ਘਰ ਅੱਗੇ ਚਿੱਕ ਡਿੱਗੀ ਹੈ। ਉਹ ਤੂੰ ਉਹਨੂੰ ਟੈਕਸ ਦੇਣਾ ਕਿ ਉਹਦੀ ਕਾਰਕਰਦਗੀ ਤੋਂ ਖੁਸ਼ ਹੋ ਕੇ ਉਹਨੂੰ ਪੱਪੀ ਦੇਣੀ ਹੈ? ਹਾਏ ਆ ਮਾਰਤਾ ਮੈਨੂੰ ਕੁੜੀ ਦੇ ਭਰਾਵਾ। नाज़रीन स्टे विद अस, कहीं नहीं जाइएगा। छोटे से वक्फे के बाद वापस आते हैं, नए सेगमेंट के साथ आएंगे। आप देख रहे हैं सियासी थिएटर। ਤੇਰੇ ਕੋਲ ਵੇਚਣ ਵਾਸਤੇ ਰਹਿ ਕੀ ਗਿਆ? दूसरा गुर्दा। वेलकम बैक नाज़रीन, प्रोग्राम में दोबारा हाजिर खिदमत है। जी वहां शाजी अब बारी है हमारे बहुत ही इंटरेस्टिंग, सबके फेवरेट, मोस्ट वांटेड सेगमेंट की, जिसका नाम है शेरिया। ਜਦੋਂ ਸਰਦਾਰ ਸਾਹਿਬ ਹਸੀਨਾ ਵਾਜਦ ਦੇ ਸਹੁਰੇ ਵਾਲੇ ਕੱਪੜੇ ਪਾ ਕੇ ਬੈਠੇ ਸਨ, ਸਾਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਵਾਰੀ ਆ ਗਈ ਹੈ ਬਰਬਾਦੀਆਤ ਦੀ, बल्कि रुसवाइयात दी। ਸ਼ੇਰੀਆਤ। ਸ਼ੇਰੀਆਤ ਸ਼ੁਰੂ ਹੋ ਗਿਆ ਜੀ। और हो लिए तो खपड़े जिंदगी तमाशा बनी, शायरा दा हासा बनी, किते भी न शायर लभया जिंदगी तमाशा बनी। ओ भाई जी लाल दवाना लभ जाता जे, ओ मिठा खरबूजा लभ जाता जे, ओ लेकिन शायर नहीं जे लभदा, ओए नहीं लभदा। 100 साल पुराना गवाचा जेवर लभ जाता, शायद नहीं लभदा। अबे महंजो दाड़ों से अपने परदाने की हड्डियां मिल जाती मगर ये शायर नहीं मिलता। ਇਹ ਸ਼ਾਇਰ ਸ਼ੇਰ ਕਹਿ ਕੇ ਪਤਾ ਨਹੀਂ ਮੰਜੀ ਥੱਲੇ ਵੜ ਜਾਂਦੇ ਨੇ। ਮੰਜੀ ਥੱਲੇ ਤੇ ਫੇਰ ਵੀ ਲੱਭ ਜਾਂਦਾ, ਪਤਾ ਨਹੀਂ ਕਿਹੜੀ ਤਹਿਤਲ ਸਰਾਜ ਚਲੇ ਜਾਂਦੇ ਨੇ, ਸਾਨੂੰ ਲੱਭਦਾ ਹੀ ਨਹੀਂ। ਬੰਦਾ ਪੁੱਛੇ ਇੰਦਾ ਕਲਾਮ ਲਿਖਦੇ ਕਿਉਂ ਕਿ ਬਾਅਦ ਵਿੱਚ ਮੰਜੀ ਥੱਲੇ ਵੜਨਾ ਪੈ ਜਾਏ? ਇਹ ਤੇ ਜਿਹੜਾ ਮੰਜੀ ਦੇ ਉੱਤੇ ਪਿਆ ਉਹਨੂੰ ਪਤਾ ਹੋਣਾ ਚਾਹੀਦਾ। जो शायर मंजी थले वड़दा है वही तो बाद में शेर लिखता है मंजी विच डांग फेरदा।
अच्छा जी, आज जनाब 1 लाख रुपए और ज्यादा पुराना भी नहीं है, तकरीबन सिर्फ 100 बरस लगभग पुराना शेर है। ਲੋ ਸਿਰਫ 100 ਸਾਲ ਤੇ ਤੁਸੀਂ ਇੰਜ ਕਹਿੰਦੇ ਹੋ ਜਿਵੇਂ ਮਹੀਨੇ 2 ਮਹੀਨੇ ਦੀ ਗੱਲ। नहीं, इसलिए कि हमने 200 साल 300 साढ़े 300 साल पुराना शेर और शायर डिस्कस किया है, उस हिसाब से 100 साल तो कुछ भी नहीं है। ਆ ਸਾਡੇ ਮੂੰਹ ਵੀ ਤਾਂ ਮੁਰਦਿਆਂ ਵਰਗੇ ਹੋ ਗਏ ਨੇ। अच्छा जी, ऐसा शेर कि जब मैं पढ़ूंगा तो शायद ही कोई देखने वाला ऐसा हो यहाँ हॉल में जो लोग बैठे हैं आप लोगों में से जिसको ये शेर याद ना हो। पूरा शेर जो है वो ज़रबुल मसल बन चुका है, बेशुमार यानी कि अखबारात में गुफ्तगू के दौरान कोट होता है, आम लोग इसे कोट करते हैं, बच्चा जिसे कहते हैं कि इस शेर से आशना है, इस शेर से आगाह है, उसे ये शेर याद है। लेकिन जिस शायर का, जिस अजीम शायर का हम ये शेर समझते हैं और बड़े बड़े पढ़े लिखे लोग जिसका ये शेर समझते हैं, ये उस शायर का शेर नहीं है। अगेन, उर्दू अदब के जो बड़े मुगालते हैं उनमें से ये एक है। ਸਾਰੀ ਦੁਨੀਆ ਦੇ ਮੁਗਾਲਤੇ ਇਹਨਾਂ ਨੇ ਕੱਢਣੇ। तुम दिए बादे मुखालिफ से न घबराया उकाब। ਅਰੇ ਵਾਹ, ਇਹ ਤਾਂ ਸਮੁੰਦਰ ਦੇ ਥੱਲੇ ਜਾਈਏ ਪੱਥਰਾਂ ਤੇ ਵੀ ਲਿਖਿਆ ਹੁੰਦਾ। जी तुम दिए 1 लाख रुपए नाम जो सही शायर का नाम बताया। अल्लामा इकबाल साहब। हाँ, अभी पूरा हो लेने, अपने अब्बे को सुनिया, दादे को सुनिया। थोड़ा तहम्मुल से सुन ले, थोड़ा तहम्मुल से सुन ले। बुजुर्ग भी गलत हो सकते हैं कभी कभी, थोड़ा इनके तो तहम्मुल- सभी गलत थे। थोड़ा सा तहम्मुल। तुम दिए, तुम दिए बादे मुखालिफ से ना घबराया उकाब। अकाब, ये तो अकाब नहीं, उकाब। अकाब। ये तो चलती है तुझे ऊंचा उड़ाने के लिए। बताइए जी, शायर का नाम और 1 लाख रुपए आज इनाम पाई। अलामा इकबाल। इकबाल 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 ले आओ लाख रुपया। ਸ਼ਾਹ ਜੀ ਸਿਆਲਕੋਟ ਦੇ ਹਰ ਚੌਂਕ 'ਚ ਲਿਖਿਆ, ਸਾਨੂੰ ਕਿਉਂ ਪਾਗਲ ਬਣਾਉਂਦਾ। अच्छा, अल्लामा की किसी किताब में, किसी मजमून में कहीं ये शेर नहीं मिलता। किसी मुखालिफ ने सफा फाड़ लिया होना। नहीं, ये मुमकिन नहीं है। अल्लामा पे जितनी रिसर्च हुई है इस मुल्क में, बड़े बड़े बेहतरीन इदारे हैं, इकबाल एकेडमी आप चले जाएं, बहुत, यानी कि अल्लामा के तो यानी कि इस मुल्क में जिन लोगों पे रिसर्च हुई है, जिनके शब रोज़ पे रिसर्च हुई है, जिनके काम पे बहुत रिसर्च हुई है, अल्लामा उनमें से एक है। बल्कि शायद इतनी रिसर्च शायद ही किसी के काम पे हुई हो। अल्लामा से लोग बड़ी मोहब्बत करते हैं, उसके बावजूद लोग ये शेर अल्लामा का समझते हैं, लेकिन ये डॉक्टर मोहम्मद अल्लामा इकबाल साहब का शेर नहीं है। ये तो चलती है तुझे ऊंचा उड़ाने के लिए। जी, तुम दिए बादे मुखालिफ, यानी कि जो मुखालिफ हवा है उससे मत घबरा, क्योंकि हवा जब आती है टकराती है तो परिंदा ऊपर चला जाता है, परवाज ऊपर की तरफ जाती है। तुम दिए बादे मुखालिफ से न घबराया उकाब, ये तो चलती है तुझे ऊंचा उड़ाने के लिए। लेकिन इकबाल का शेर नहीं है। ਲੇਕਿਨ ਸ਼ਾਹ ਜੀ ਅਲਾਮਾ ਸਾਹਿਬ ਤੋਂ ਇਲਾਵਾ ਔਕਾਬ ਤੇ ਕਿਸੇ ਸ਼ਾਇਰ ਕੋਲ ਹੈ ਹੀ ਨਹੀਂ ਸੀ। ਤੂੰ ਤੇ ਚੁੱਪ ਕਰ ਯਾਰ, ਤੇਰੀ औकात है औकात ਤੇ ਗੱਲ ਕਰਨ ਦੀ ਯਾਰ। कावा कुआं की गल करया करते। लेकिन यार इसका पॉइंट बिल्कुल ठीक है, इसलिए कि आम लोग यही समझते हैं, खास तौर पे जो शाहीन है इकबाल का, क्योंकि शाहीन इस्तियारा है बुलंद निगाही का, ऊंची परवाज का, महलों के बजाय पहाड़ों पर बसेरा करने का। और इकबाल ने बहुत ही शानदार इसका इस्तेमाल किया है। इसलिए भी लोग ये समझते हैं बाज़-औक़ात कि उकाब जो है, जैसे कि ताहिर ने कहा कि उकाब का इस्तेमाल सिवाय अल्लामा के कहीं और नहीं हुआ, जबकि ऐसा नहीं है। उकाब के ऊपर और भी बहुत सारे शेर हैं। यहाँ तक कि जो इकबाल का भी शाहीन है, उसके बारे में ये कहा जाता है, जब आप पढ़ें, सच्ची बात है मैंने तो खुशहाल खां खटक को नहीं पढ़ा, लेकिन कहा जाता है कि खुशहाल खां खटक से ये मुस्तार लिया गया है। और इकबाल का शाहीन जो है, इसका इस्तेमाल खुशहाल खां खटक ने बहुत पहले किया था, मगर ये होता है। नित्शे से भी इकबाल ने बहुत इस्तिफादा किया है, मगर सच्ची बात यह है कि जब इकबाल ने इस्तिफादा किया है किसी से, तो उस पर फिर अपनी छाप लगाई है। अब आपको जो शाहीन है या उकाब जो है, वो फिर इकबाल का शाहीन लगता है। इसलिए आप देखिए कि हम हमेशा इस्तेमाल करते हैं इकबाल का शाहीन, क्योंकि सच्ची बात यह है कि शाहीन जैसा जो बुलंद परवाज करने वाला, बुलंद निगाह परिंदा है, इकबाल उसको अपनी शायरी से और ऊंचा ले गए। मगर ये शेर जो है, तुम दिए बादे मुखालिफ से न घबराया उकाब, ये तो चलती है तुझे ऊंचा उड़ाने के लिए, ये इकबाल का शेर कतई नहीं। लो जी, इस भाई ने नहीं मनना। तुसी भावें 100 दफा को इकबाल दा शेर, इकबाल दा शेर, इन्हां ने नहीं मनना। ਭਾਵੇਂ ਬਾਹਾਂ ਤੇ ਬਲੇਡ ਮਾਰ ਲਵੋ, ਇਹਨਾਂ ਨੇ ਨਹੀਂ ਮੰਨਣਾ। मैं कहना भावें टेंड करा के आ जाओ, इन्हां ने नहीं मनना। इस मामले में ये बहुत जिद्दी राजपूत साबित हुए। ये बात नहीं है, बात ये है, एक शेर अगर किसी ने कहा ही नहीं, किसी का है ही नहीं, तो आप 100 बार छोड़ 1000 बार भी कहते रहे, कोई कैसे मान लेगा? क्योंकि मेरे मानने ना मानने की बात नहीं है, बात तो है रिसर्च की,
بات تو ہے اس حقیقت کی جو ریسرچ کے بعد ہم آپ کے ساتھ شیئر کر رہے ہیں. اب اگر حقیقت یہ کہتی ہو, کتابیں یہ کہتی ہوں کہ اقبال نے یہ شعر کہا ہی نہیں ہے اور کسی دوسرے صاحب کے دیوان میں وہ شعر ہو, ریسرچ سکولرز بھی یہی بات مانتے ہو, تو پھر میرے ماننے نہ ماننے سے کیا ہوتا ہے؟ میں تو ریسرچ آپ کے سامنے شیئر کر رہا ہوں. ਬਿਲਕੁਲ ਸਹੀ ਕਹਿ ਰਹੇ ਨੇ ਤੁਸੀਂ. ਤੱਤੇ ਤਵੇ ਤੇ ਰਿਸਰਚ ਰੱਖ ਦਿਓ, ਇਸ ਭਾਈ ਨੇ ਨਹੀਂ ਮੰਨਣਾ. ਰਿਸਰਚ ਸੜ ਜਾਣੀ ਹੈ ਇਹਨਾਂ ਨੇ. کہیں نہیں جائیے گا, چھوٹے وقفے کے بعد واپس آتے ہیں, نئے سیگمنٹ کے ساتھ آئیں گے. آپ دیکھ رہے ہیں سیاسی تھیٹر. ویلکم بیک ناظرین, پروگرام میں دوبارہ حاضر خدمت ہے. وسیع میرے جگر, میرا دل چاہتا ہے کہ میں آپ کے ساتھ ازبکستان کی گلیوں میں گھوموں. اچھا, میرا بھی بڑا دل چاہتا ہے, میں ایک بار گیا ہوا ہوں, لیکن میں تو اڈر جا کے رسوا نہیں ہونا چاہتا. اس رنگدہ بندہ پورے ازبکستان میں نہیں ہے, جانا بھی نہ. اچھا پھر میں کہنا یہ چاہ رہا تھا, بندہ معجوب سا لگتا ہے. یہ ہم نے کہا تھا یہ شعر, یہ تندی ہے باد مخالف سے نہ گھبرائے عقاب, یہ تو چلتی ہے تجھے اونچا اڑانے کے لیے. کون مانے گا یہ؟ میں بنواؤں گا. بتائیں. اچھا کیسے ثابت کریں؟ ہم موت کے کنویں میں موجود تھے. اچھا. فلکی موٹر سائیکل کے پائلٹ کے آگے بیٹھے. فلکی آپ کا محبوب خواجہ سرا. خسرا خسرا کہہ کر تم نے مجھے اس کے ریزر یاد کرا دیے. اچھا ہوا کیا پھر؟ ہم موت کے کنویں میں موجود تھے. اچھا. اور فلکی موٹر سائیکل کی ٹینکی پہ بیٹھے ہیں. اچھا. اور پائلٹ ہے جو فلکی بیٹھے ہیں. ہاں ہاں. اچھا. تو موٹر سائیکل کے پائلٹ نے ریس دے کر جب موٹر سائیکل گھمائی ہے. اچھا. بس موٹر سائیکل خوں تو باہر نکل گئی. فلکی رواج کہندا سی تم دیے بادے مخاطب سے نہ گھبرا, یہ تو اڑتی ہے تمہیں اونچا اڑانے کے لیے. بتائیں جی, شاعر کا نام بتائیں. بتائیں, لاکھ روپے انعام پائیں. شاہ جی یہ شعر ہے میر درد کا. رخسانہ اتنی آپ کو تو زیادہ سینس ہے لٹریچر کی, اتنا شوق رکھتی ہیں, ذوق رکھتی ہیں. میں نے کہا کہ 100 برس پرانا شعر ہے. میر درد تو 1785 میں غالباً ان کی ڈیتھ ہو گئی تھی. 1785. It's been more than 200 years. اور نالے میر دی مخالفت بھی کسی نال نہیں سی. نہیں, میر درد کا یہ شعر نہیں ہے. اگر میر درد کا یہ شعر نہیں ہے نہیں ہے تو پھر سر درد کا شعر. یہ کسی سر درد کا شعر نہیں, اس نام کا کوئی شاعر نہیں ہوا. اگر سر درد کا بھی نہیں تو پھر یہ کسی آوارہ گرد کا. جلدی نال بجلا نہیں تے فضول گلاں ہوندیاں رہن گیاں. شاہ جی یہ شعر ہے استاد ذوق کا. نہیں, استاد ذوق کا بھی شعر نہیں. اگین میں 100 برس کے اندر کی بات کر رہا ہوں. استاد ذوق غالباً 1855 یا 54 میں, 1854 میں ان کی ڈیتھ ہوئی تھی. غالب کے عہد میں تھے استاد ذوق, اور جی غالب حیات تھے اور استاد ذوق کی ڈیتھ ہو چکی تھی 1854 میں. تو تقریباً 170 برس کی بات ہے. میں تو بات کر رہا ہوں 100 برس کے اندر کی. 100 سال کے اندر شاہ جی جان ایلیس آپ کا شعر ہے. وہ تو ہو ہی نہیں سکتے, جویں دے انہاں دے وال سن انہوں نے آپ وہ خواب لگن لگ پینا. یہ جان صاحب کا سٹائل ہی نہیں ہے, اور جان صاحب کا بھی شعر نہیں. شاہ جی کوئی کلو دے دیجئے پلیز. اچھا دیکھیے, جس مجموعے میں جس شاعر کا اوریجنلی شعر ہے ان کا مجموعہ تھا برگ سبز, اور 1918 میں یہ کتاب شائع ہوئی. 1918 میں برگ سبز, جس میں غزل ہے. وہ غزل بھی شاید ہی کسی نے سنی ہو جس غزل کا یہ شعر ہے. میں اس غزل کے 2 شعر آپ کو لو ہلے پہلی مصیبت مکی نہیں تو دوجا شعر سن لو. ایہو جے شاعر جنازے تے کھلوتے کہندے ہوندے نے, یار میں نے ابھی مقطع سنانا تھا, یہ پہلے ہی مر گیا. تو سمجھتا ہے حوادث ہیں ستانے کے لیے. تو سمجھتا ہے حوادث ہیں ستانے کے لیے, یہ ہوا کرتے ہیں ظاہر آزمانے کے لیے. اسی غزل کا شعر ہے. ارے واہ, تو سمجھتا ہے حوادث ہیں ستانے کے لیے, یہ ہوا کرتے ہیں ظاہر آزمانے کے لیے. کامیابی کی ہوا کرتی ہے ناکامی دلیل. کامیابی کی ہوا کرتی ہے ناکامی دلیل, رنج آتے ہیں تجھے راحت دلانے کے لیے. تم دیے باد مخالف سے نہ گھبرائے عقاب, یہ تو چلتی ہے تجھے اونچا اڑانے کے لیے. شاہ جی کوئی اور کلو دیجئے. دیکھیے, یہ شکرگڑھ سیالکوٹ سے ان کا تعلق. اوتھے تے میرا کوئی واقف ہی نہیں بینا, تانوں پتہ. میں تو نام پہلی باری سنیا. اچھا دیکھیں جی, 2 اکتوبر 1898 کو یہ پیدا ہوئے. ایک طویل عمر پائی انہوں نے. 91 برس کی عمر میں ان کا انتقال ہوا. وکالت کے پیشے سے یہ وابستہ رہے, منصوب رہے, اور 1989 میں ان کا انتقال ہوا, اور ان کا نام تھا سید صادق حسین صادق.
तो ये जो शेर है, तुम दिए बादे मुखालिफ से न घबराए उकाब, ये तो चलती है तुझे ऊंचा उड़ाने के लिए, ये डॉक्टर सर अल्लामा मोहम्मद इकबाल साहब का शेर नहीं है, ये सैयद सादिक हुसैन सादिक साहब का शेर है। नाज़रीन, ये था आज का प्रोग्राम और एक शेर पर प्रोग्राम का इख्तिताम करते हैं। ਸੁਣਾ ਲਓ ਤੁਸੀਂ, ਸੁਣਾ ਲਓ, ਸਾਨੂੰ ਜਾ ਲੈਣ ਦਿਓ ਕਿਤੇ। एक खाने में आप रहते हैं, एक खाने में आप रहते हैं, दूसरा दिल में कोई खाना नहीं। इजाजत दीजिए, अल्लाह हाफिज।